ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਸੁਖ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੇ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾ। ਜਹ ਜਹ ਪੇਖੁ ਤਹ ਹਜ਼ੂਰ, ਦੂਰ ਕਤਹੁ ਨਾ ਜਾਈ। ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਜਹ ਜਹ ਪੇਖੁ ਤਹ ਹਜ਼ੂਰ, ਦੂਰ ਕਤਹੁ ਨਾ ਜਾਈ। ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੜੈ, ਸੋ ਸੰਗੇ ਗਣੀਐ। ਬਿਨ ਸਜਾਏ ਜੋ ਨਿਵਖ ਮਹਿ, ਸੋ ਅਲਪ ਸੁਖ ਭਣੀਐ। ਰਹਾਉ ਪ੍ਰਤਪਾਲੈ ਅਪਿਆਉ ਦੇ, ਕਛ ਊਣ ਨਾ ਹੋਈ। ਸਾਸ ਸਾਸ ਸੰਭਾਲਤਾ, ਮੇਰਾ ਪ੍ਰਭ ਸੋਈ। ਅਛਲ ਅਛੇਦ ਅਪਾਰ ਪ੍ਰਭ, ਉੱਚਾ ਜਾਕਾ ਰੂਪ। ਜਪ ਜਪ ਕਰਹਿ ਆਨੰਦ ਜਨ, ਅਚਰਜ ਅਨੂਪ। ਸਾ ਮਤ ਦੇਹੁ ਦਿਆਲ ਪ੍ਰਭ, ਜਿਤ ਤੁਮੈ ਆਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੇਣ ਪਗ ਸਾਧਾ। ਸਾ ਮਤ ਦੇਹੁ ਦਿਆਲ ਪ੍ਰਭ, ਜਿਤ ਤੁਮੈ ਆਰਾਧਾ। ਨਾਨਕ ਮੰਗੈ ਦਾਨ ਪ੍ਰਭ,
ਰੇਣ ਪਗ ਸਾਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜ਼ਾਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੋਗਾ ਟਲ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਗੁਰੂ ਸਵਾਰਿਤ ਆਪ ਜੀ ਸਰਵਣ ਕਰ ਰਹੇ ਸਵਾਓ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੇ ਮਹਲਾ ਪੰਜਵਾ। ਜਹ ਜਹ ਪੇਖੁ ਤਹ ਹਜ਼ੂਰ, ਦੂਰ ਕਤਹੁ ਨਾ ਜਾਏ। ਧਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ, ਅੰਗ ਨੰਬਰ 677 678 ਦੇ ਉੱਤੇ ਸਭਾਈਮਾਨ ਨੇ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਨੇ ਅੱਜ ਦੇ ਇਸ ਮੁੱਖ ਵਾਕ ਰਾਹੀਂ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਮੁੱਚਾ ਭਾਵ ਸਤਿਗੁਰੂ ਜੀ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਰੱਖਿਆ ਹੈ ਕਿ ਜਿਹਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਗੁਰੂ ਕੇ ਸਿੱਖਾ, ਜੇ ਤੈਨੂੰ ਸਦੀਵੀ ਸੁੱਖ ਚਾਹੀਦਾ ਹੈ ਤੇ ਫਿਰ ਆਪਣੀ ਮਿੱਤਰਤਾ ਉਹਦੇ ਨਾਲ ਪਾਈ ਜਿਹੜਾ ਆਪ ਸਦੀਵੀ ਹੈ। ਕਿਉਂਕਿ ਜਿਹੜਾ ਇੱਥੇ ਮਾਤਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ ਸਾਥ ਨਾ ਛੱਡੇ, ਸਦੀਵੀ ਮਿੱਤਰ ਉਹ ਹੈ ਤੇ ਸਦੀਵੀ ਸੁੱਖ ਵੀ ਉਹ ਹੈ ਜਿਹੜਾ ਕਦੇ ਖਤਮ ਹੋਵੇ ਨਾ। ਔਰ ਜਿਹੜਾ ਇੱਕ ਅੱਖ ਭਰਨ ਦੇ ਅੱਖ ਚਮਕਣ ਜਿੰਨੇ ਸਮੇਂ ਦੇ ਵਿੱਚ ਬਿਨ ਸਜਾਏ ਨਾਸ ਹੋ ਜਾਏ, ਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਸੁੱਖ ਨੂੰ ਵੀ ਅਲਪ ਸੁੱਖ ਸਮਝ। ਰਹਾਉ ਦੀਆਂ ਪੰਕਤੀਆਂ ਕੇਂਦਰੀ ਭਾਵ ਨੇ। ਸਤਿਗੁਰੂ ਕਹਿੰਦੇ ਨੇ, ਏਤ ਊਤ ਨਹੀਂ ਵਿਛੜੈ, ਸੋ ਸੰਗੇ ਗਣੀਐ। ਅਰਥ ਸਿੱਧੇ ਨੇ ਜਿਹੜਾ ਇੱਥੇ ਤੇ ਉੱਥੇ, ਮਾਤ ਲੋਕ ਵਿੱਚ ਵੀ ਪਰਲੋਕ ਦੇ ਵਿੱਚ ਵੀ ਜਿਹੜਾ ਵਿਛੜੇ ਨਾ, ਸੋ ਸੰਗੇ ਗਣੀਏ ਵੀ ਸਾਥੀ, ਫਿਰ ਉਹਨੂੰ ਹੀ ਸਮਝਣਾ ਚਾਹੀਦਾ ਹੈ। ਕਿਉਂਕਿ ਇੱਥੇ ਦੁਨੀਆ ਦੇ ਵਿੱਚ ਹੋਰ ਸਾਥੀ ਕੋਈ ਨਹੀਂ। ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ, ਬਿਨ ਸਜਾਏ ਜੋ ਨਿਮਖ ਮਹਿ, ਸੋ ਅਲਪ ਸੁਖ ਭਣੀਏ। ਨਾ ਤੇ ਕੋਈ ਸਾਥੀ ਤੇ ਨਾ ਸਦੀਵੀ ਸੁੱਖ ਹੈ। ਜਿਹਨੇ ਬਿਨ ਸਜਾਣਾ ਔਰ ਨਿਮਖ ਪਲ ਦੇ ਵਿੱਚ ਬਿਨ ਸਜਾਣਾ ਹੈ, ਉਹ ਪਲ ਭੰਗਰ ਸੁੱਖ ਤੇ ਹੋ ਸਕਦੇ ਨੇ ਪਰ ਸਦੀਵੀ ਨਹੀਂ। ਜਿਹੜਾ ਇੱਥੇ ਤੇ ਉੱਥੇ ਕਦੇ ਵਿਛੜੇ ਨਾ, ਔਰ ਜਿਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਮਨੁੱਖ ਨੇ ਇਸ ਦੁਨੀਆ ਨੂੰ ਆਪਣਾ ਸੰਗੀ ਸਮਝ ਲਿਆ, ਇਹ ਦੁਨੀਆ ਦੇ ਮਿਲੇ ਹੋਏ ਸੁੱਖਾਂ ਨੂੰ ਸਦੀਵੀ ਸਮਝ ਲਿਆ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਇਸ ਮਨ ਨੂੰ ਨਿੱਤ ਹੀ ਸਮਝਾਈਦਾ ਹੈ। ਨਾ ਇਹ ਦੁਨੀਆ ਦੇ ਸਾਥੀ ਸੰਗੀ ਨੇ ਤੇ ਨਾ ਇਹ ਦੁਨੀਆ ਦੇ ਸੁੱਖ ਜਿਹੜੇ ਨੇ ਇਹ ਸਦੀਵੀ ਨੇ। ਉਹ ਸਤਿਗੁਰੂ ਦਾ ਪਾਵਨ ਬਚਨ ਜਿਹਨੂੰ ਆਪਾਂ ਭੋਗ ਦੇ ਸਲੋਕ ਕਹਿੰਦੇ ਹਾਂ, ਵੈਸੇ ਸਲੋਕ 12 ਤੇ ਵਧੀਕ ਮਹੱਲਾ 9ਵਾਂ ਹੈ। ਸਤਿਗੁਰੂ ਕਹਿੰਦੇ ਨੇ, ਜਗਤ ਮੈਂ ਝੂਠੇ ਦੇਖੀ ਪ੍ਰੀਤ,
मेरो मेरो सबो कहत है, हित स्यो बांध्यो चेत। जिथे सतगुरु जी ने पावन कृपा की कि संसार दे विच जिन्हों असीं संगी समझ लिया है तो ये झूठी प्रीत। और धन गुरु तेग बहादुर साहब जी कहते असीं वेख ली है, जगत में झूठे देखे प्रेत। मेरो मेरो सबो कहत है। हर कोई कहता है कि मेरी माँ, मेरा प्यो, मेरी धी, मेरा पुत्र, ये मैं मेरे दे विच फसे ने। पर सतगुरु कहते हैं हकीकत यह है, हित स्यो बांध्यो चीत। किते ना किते अपने हित करके चित लाया है, पर नाल समझाते भी ने। अंत काल संगे नह को, यह अचरज है रीत। सतगुरु कहते हैं अंत विचों इन्हां विचों साथ किसे नहीं देना। अंत काल संगी नह को, अज सतगुरु जी कहते हैं कि सचमुच एत ऊत नहीं विछड़े सो संगी गणिए। जेड़ा ना विछड़े संगी वो है। और गुरु तेग बहादुर साहब जी कहते हैं इन्हां विचों संगी कोई भी नहीं। पर नाल फिर समझाते हैं, मन मूर्ख अजहू नह समझत, सिख दै हारियो नीत। पर मूर्ख मन समझते नहीं, नित सिख दे रहा, नित सिक्ख्या दे रहा। और देखो ये सिक्ख्या ही है, ये नित सिक्ख्या असीं लै भी रहे हैं, दे भी रहे हैं। इन्ने पाठ, इन्ने अखंड पाठ, इन्ने सुखमणी साहब, इन्नी कथा, इन्ना कीर्तन करना, कराउणा, सुनना, सारा कुछ सिक्ख्या देने वास्ते है ना। पर धन गुरु तेग बहादुर साहब जी कहते हैं मन हजे भी नहीं समझता। सतगुरु जी ने पावन बचन कहे ने कि वेद पुकारै पंडित मुख ते, वेद पुकारै पंडित मुख ते। विद्वान लोग मुख तो पुकार पुकार के सुनाते ने, उच्ची उच्ची कूक के सुनाते ने। पर कामा मन का माठा केवल सुनाते ही ने ना, और आप केवल सुननी है। कामा मन का माठा का भाव है जदों इन्हां बचनों नूं कमाउणा पवे उदों फिर ढिल मट कर जाता है। उन्होंने गुरु साहब जी कहते हैं इत्थों जिथों लाभ मिलना है कि मना लाहे को तू ढीला ढीला, टूटे को बेग धाया। हुणे कथा कीर्तन ये सिक्ख्या देनी तो इस करके असीं मन समझ जाए, पर जदों इनू कमाउणा है कमावांगे तो समझेगा ना, इस राह ते चलांगे तो गल बनेगी। उदों कहते ने ढिला ढिला। और एक विद्वान ने बड़िया सोहणियां लैणा लिखियां ने, वो एक नास्तिक ते एक आस्तिक की गल करते हैं। वो कहते एक लोग वो ने जिन्होंने दुनिया के लोग कहते हैं बिल्कुल नास्तिक हो चुके हैं। वो विद्वान लिखता है कि असल में जो रब नूं ਲੱਭਣ ਲੱਗੀਏ ना खोजीए, जिन्हों गुरु साहब जी कहते हैं इत्थे उत्थे कदे नहीं विछड़दा, तो रब है एक गुंझलदार बुझारत दी। जो बंदा नास्तिक हो जाए वो कहता कि रब गुंझलदार एक बुझारत है। जदों गुंझला खुली होर ज़्यादा पैंदियां ने। वो एक विद्वान का उत्थे बोल है, कहते रब एक गुंझलदार बुझारत, रब एक गोरख धंधा। और खिमा करना ये भावें विद्वान दे बोल पर किते न किते सच होए पे ने। रब ने एक गोरख धंधा लोगों ने बना लिया है। जेड़े रब दे नाल गुरु ग्रंथ साहिब जी किरपा करते हैं, सीधियां गल्लां करते हैं, सानू गल्लां करन दी जाच दसदे ने। जेड़े रब नूं जानना सी, जेड़े रब नूं समझना सी, उस रब नूं गोरख धंधा बना लिया। और गुरु साहिब जी नूं जिन्हां दे पावन बचन मनने सन, केवल ते केवल एक पूजा का साधन ही बना लिया। बहुतात गिनती विच, सारे नहीं पर बहुतात गिनती विच यही है। हुण वो विद्वान लिखदा है, कहते रब एक गुंझलदार बुझारत,
ਰੱਬ ਇੱਕ ਗੋਰਖ ਧੰਦਾ, ਪੇਚ ਇਸ ਦੇ ਖੋਲਣ ਲੱਗਿਆ, ਕਾਫਰ ਹੋ ਜੇ ਬੰਦਾ। ਕਿਉਂਕਿ ਉੱਤੋਂ ਤੋਂ ਬਾਹਰੋਂ ਮੱਥਾ ਟੇਕ ਕੇ ਚਲੇ ਜਾਣਾ ਤਾਂ ਠੀਕ ਹੈ, ਪਰ ਕਹਿੰਦੇ ਜਦੋਂ ਪੇਚ ਖੁੱਲ੍ਹਣ ਲੱਗੀਏ, ਭਾਵ ਕਿ ਜਦੋਂ ਖੋਜੀਏ ਲੱਭੀਏ, ਤੇ ਖੋਜ ਕਰਦੇ ਕਰਦੇ ਬੰਦਾ ਅਕਸਰ ਜਿਹੜਾ ਕਾਫਰ ਹੋ ਜਾਂਦਾ ਕਿ ਕਿੱਥੇ ਹੈ ਰੱਬ। ਫਿਰ ਖੋਜ ਨਾ ਕਰੀਏ। ਉੱਥੇ ਵਿਦਵਾਨ ਕਹਿੰਦਾ ਨਹੀਂ ਭਾਈ, ਕਾਫਰ ਹੋਣੋਂ ਡਰ ਕੇ ਬੀਬਾ ਖੋਜੋਂ ਮੂਲ ਨਾ ਖੁੰਝੀ, ਖੋਜ ਕਰਨੀ ਨਾ ਛੱਡ ਦੇ। ਔਰ ਸਾਨੂੰ ਤਾਂ ਹੁਕਮ ਹੈ, ਭਾਵੇਂ ਗਿਆਨੀ ਗਿਆਨ ਸਿੰਘ ਜੀ ਦਾ ਦੋਹਰਾ ਆਪਾਂ ਰੋਜ਼ ਪੜ੍ਹਦੇ ਹਾਂ ਕਿ ਜੋ ਪ੍ਰਭੂ ਕੋ ਮਿਲਬੋ ਚਾਹੇ ਖੋਜ, ਸ਼ਬਦ ਮੈਂ ਲੈ। ਵੀ ਕਾਫਰ ਹੋ ਜਾਏਗਾ ਇਸ ਗੱਲ ਤੋਂ ਡਰ ਕੇ ਖੋਜ ਨਾ ਛੱਡਦੀ, ਖੋਜੀ ਜ਼ਰੂਰ। ਕਹਿੰਦੇ ਕਾਫਰ ਹੋਣੋਂ ਡਰ ਕੇ ਬੀਬਾ, ਖੋਜੋ ਮੂਲ ਨਾ ਖੁੰਝੀ, ਲਾਈ ਲੱਗ ਮੂਮਣ ਨਾਲੋਂ, ਖੋਜੀ ਕਾਫਰ ਚੰਗਾ। ਕਿਉਂਕਿ ਖੋਜੀ ਨੂੰ ਅਕਸਰ ਲੋਕ ਜਿਹੜੇ ਨੇ ਉਹ ਕਾਫਰ ਕਹਿੰਦੇ ਨੇ, ਔਰ ਸਾਡੇ ਵਿੱਚ ਵੀ ਕੁਝ ਹੈ। ਉੱਥੇ ਵਿਦਵਾਨ ਕਹਿੰਦਾ ਕਿ ਲਾਈ ਲੱਗ ਬੰਦੇ ਨਾਲੋਂ ਤੇ ਫਿਰ ਕਾਫਰ ਹੀ ਚੰਗਾ ਹੈ। ਲਾਈ ਲੱਗ ਕੌਣ ਹੈ ਜੀ? ਸਿੱਧਾ ਸਮਝਣਾ ਹੋਵੇ ਤੇ ਉਹਨਾਂ ਨੂੰ ਭੇਡਾਂ ਬੱਕਰੀਆਂ ਸਮਝ ਲਈਏ। ਲਾਈ ਲੱਗ ਇਸੇ ਤਰ੍ਹਾਂ ਜਿਵੇਂ ਇੱਕ ਭੇਡ ਜਿਹੜੇ ਪਾਸੇ ਨੂੰ ਚੱਲੀ, ਬਾਕੀ ਸਾਰੀਆਂ ਨੇ ਲੈਣ ਉੱਧਰ ਹੀ ਬੰਨ ਲਈ। ਲਾਈ ਲੱਗ ਵੀ ਜੋ ਦੂਜੇ ਕਰਦੇ ਨੇ ਕੋਈ ਉਹੀ ਮਰਿਆਦਾ ਹੈ। ਜੋ ਸਾਡੇ ਸਮਝ ਵਿੱਚ ਹੈ, ਸਾਨੂੰ ਠੀਕ ਲੱਗਦਾ, ਉਹ ਤੇ ਮਰਿਆਦਾ ਹੈ। ਆਪ ਭਾਵੇਂ ਮਰਿਆਦਾ ਦੇ ਉਲਟ ਵੀ ਚੱਲਦੇ ਰਹੀਏ, ਕਿਉਂਕਿ ਸਾਨੂੰ ਲੱਗਦਾ ਇਹ ਕੋਈ ਗੱਲ ਨਹੀਂ, ਇੰਨਾ ਕੁ ਚੱਲ ਜਾਂਦਾ ਹੈ। ਹੁਣ ਇਵੇਂ ਦੇ ਲਾਈ ਲੱਗ ਨਾਲੋਂ ਤਾਂ ਫਿਰ ਕਾਫਰ ਬੰਦਾ ਨਹੀਂ ਚੰਗਾ, ਜਿਹਨੂੰ ਖੋਜ ਕਰਕੇ ਸਮਝ ਤੇ ਕੋਈ ਨਾ ਕੋਈ ਲੱਗ ਗਈ ਕਿ ਕੇਵਲ ਉੱਤੋਂ ਤੋਂ ਕਹੀ ਜਾਣਾ ਸੀ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕਰਨੇ, ਗੁਰੂ ਗ੍ਰੰਥ ਸਾਹਿਬ ਦੀ ਗੱਲ ਇੱਕ ਵੀ ਨਾ ਮੰਨੇ। ਪਰ ਖੋਜ ਕਰਕੇ ਜਦੋਂ ਕਿਤੇ ਸਮਝ ਲੱਗ ਜੇ, ਉਹ ਖੋਜ ਕਰਦਿਆਂ ਕਰਦੇ ਗੁਰੂ ਸਾਹਿਬ ਦੇ ਬਚਨ ਨੂੰ ਕਿਤੇ ਮੰਨ ਲਵੇ, ਤੇ ਫਿਰ ਮੰਨ ਕੇ ਉਹ ਬੰਦਾ ਕਹਿੰਦਾ ਹੈ ਕਿ ਬਿਲਕੁਲ ਖੋਜ ਕਰਨ ਵਾਲਾ ਲੋਕਾਂ ਦੀ ਦੁਨੀਆ ਵਿੱਚ ਤੇ ਕਾਫਰ ਹੋਏਗਾ। ਪਰ ਹਕੀਕਤ ਹੈ ਕਿ ਰੱਬ ਕੋਈ ਗੁੰਝਲਦਾਰ ਬੁਝਾਰਤ ਨਹੀਂ। ਅੱਜ ਗੁਰੂ ਸਾਹਿਬ ਨੇ ਜਿਹੜਾ ਪਾਵਨ ਬਚਨ ਕਿਹਾ ਨਾ ਕਿ ਜਹ ਜਹ ਪੇਖੋ ਤਹ ਹਜੂਰ, ਇਹ ਸੱਚ ਹੈ। ਉਹ ਕੋਈ ਗੁੰਝਲਦਾਰ ਬੁਝਾਰਤ ਨਹੀਂ, ਉਹ ਤੇ ਹਰ ਥਾਂ ਤੇ ਹੈ। ਬਸ ਸਿਰਫ ਇੱਕ ਗਿਆਨ ਵਾਲੀ ਅੱਖ ਹੈ, ਗੁਰੂ ਕਿਰਪਾ ਕਰ ਜੇ ਜਦੋਂ ਕਿਤੇ ਖੁੱਲ੍ਹ ਜੇ। ਉੱਥੇ ਵਿਦਵਾਨ ਨੇ ਲਿਖਿਆ ਹੈ ਕਿ ਜਦੋਂ ਸਮਝ ਆਦੇ ਖੋਜ ਕਰਦੇ ਕਰਦੇ, ਫਿਰ ਉਹ ਕਹਿੰਦਾ ਨਾ ਰੱਬ ਗੁੰਝਲਦਾਰ ਬੁਝਾਰਤ, ਨਾ ਰੱਬ ਗੋਰਖ ਧੰਦਾ, ਜਿੱਥੇ ਕੁਦਰਤ ਉੱਥੇ ਹੀ ਕਾਦਰ, ਪਰ ਕਦਰ ਨਾ ਜਾਣੇ ਬੰਦਾ। ਬੰਦੇ ਨੇ ਕਦਰ ਨਹੀਂ ਪਾਈ ਕੁਦਰਤ ਦੀ, ਉਹ ਤਾਂ ਕੁਦਰਤ ਦੇ ਵਿੱਚ ਹੈ ਤੇ ਹਰ ਥਾਂ ਤੇ ਹੈ। ਅੱਜ ਸਤਿਗੁਰੂ ਜੀ ਕਿਰਪਾ ਕਰਕੇ ਸਮਝਾ ਰਹੇ ਨੇ, ਪਹਿਲੀਆਂ ਪੰਕਤੀਆਂ ਵਿੱਚ ਪਾਵਨ ਬਚਨ ਇਹ ਕਹੇ ਨੇ, ਜਹ ਜਹ ਪੇਖੋ ਤਹ ਹਜ਼ੂਰ, ਦੂਰ ਕਤਹੁ ਨਾ ਜਾਏ। ਭਾਈ ਉਸ ਰੱਬ ਨੂੰ ਤੇ ਜਿੱਥੇ ਵੇਖੀਏ ਹਰ ਥਾਂ ਤੇ ਹਾਜ਼ਰ ਨਜ਼ਰ ਆਉਂਦਾ ਹੈ। ਉਹ ਤੇ ਦੂਰ ਸਾਡੇ ਤੋਂ ਕਿਤੇ ਜਾਂਦਾ ਹੀ ਨਹੀਂ, ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ। ਉਹ ਰੱਬ ਹਰ ਥਾਂ ਤੇ ਹੈ। ਪਰ ਦੁਨੀਆ ਦੇ ਲੋਕਾਂ ਨੂੰ ਭੁਲੇਖਾ ਪੈ ਗਿਆ ਕਿ ਸ਼ਾਇਦ ਕਿਸੇ ਪਹਾੜਾਂ 'ਤੇ ਜਾਵਾਂਗੇ ਤਾਂ ਮਿਲੇਗਾ। ਦੁਨੀਆ ਦੇ ਲੋਕਾਂ ਨੂੰ ਭੁਲੇਖਾ ਪੈ ਗਿਆ ਕਿ ਜੰਗਲਾਂ ਵਿੱਚ ਜਾਵਾਂਗੇ ਤਾਂ ਮਿਲੇਗਾ। ਔਰ ਸਤਿਗੁਰੂ ਜੀ ਨੇ ਬਾਣੀ ਨੇ ਇਹ ਬਾਰ-ਬਾਰ ਕਿਹਾ ਹੈ ਕਿ ਭਾਈ ਉਹਾਂ ਤਿਉਂ ਜਾਈਏ ਜੋ ਇਹਾ ਨਾ ਹੋਈ। ਕਿਤੇ ਹੋਰ ਲੱਭਣ ਵਾਸਤੇ ਤੇ ਤਾਂ ਜਾਈਏ ਜੇ ਰੱਬ ਇੱਥੇ ਨਹੀਂ। ਉਹ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਹ ਜਹ ਪੇਖੋ ਤਹ ਹਜੂਰ, ਉਹ ਤੇ ਹਰ ਥਾਂ ਤੇ ਹੈ। ਔਰ ਹਰ ਥਾਂ ਤੇ ਕਿਵੇਂ ਹੈ, ਉਹ ਫਿਰ ਸਾਨੂੰ ਨਜ਼ਰ ਕਿਉਂ ਨਹੀਂ ਹੁੰਦਾ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਨਤੀ ਹੀ ਉਦਾਹਰਨਾਂ ਦਿੱਤੀਆਂ ਨੇ, ਭਈ ਲਾਈ ਲੱਗ ਨਾ ਬਣੋ। ਉਹ ਹਰ ਥਾਂ ਤੇ ਹੈ, ਉਹਨੂੰ ਲੱਭਣ ਦਾ ਯਤਨ ਕਰੋ। ਤੇ ਕਿਵੇਂ ਹਰ ਥਾਂ ਤੇ ਹੈ ਜੀ? ਸਤਿਗੁਰੂ ਕਹਿੰਦੇ ਨੇ ਸੰਤੋ ਘਟ ਘਟ ਰਹਿਆ ਸਮਾਇਓ। ਉਹ ਰੱਬ ਪਰਮੇਸ਼ਰ ਹਰ ਇੱਕ ਹਿਰਦੇ ਦੇ ਵਿੱਚ ਸਮਾਇਆ ਹੋਇਆ, ਹਿਰਦੇ ਵਿੱਚ ਕਿ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ। ਸੰਤੋ ਘਟ ਘਟ ਰਹਿਆ ਸਮਾਇਓ,
ਪੂਰਨ ਪੂਰ ਰਹਿਓ ਸਰਬ ਮੈਂ, ਜਲ ਥਲ ਰਮਈਆ ਆਹਿਓ। ਉਹ ਜਲ ਵਿੱਚ ਵੀ ਹੈ, ਉਹ ਥਲ ਵਿੱਚ ਵੀ ਹੈ, ਉਹ ਹਰ ਥਾਂ 'ਤੇ ਹੈ। ਤੇ ਕਿਵੇਂ ਹਰ ਥਾਂ 'ਤੇ ਹੈ? ਗੁਰੂ ਸਾਹਿਬ ਨੇ ਉਦਾਹਰਨਾਂ ਦਿੱਤੀਆਂ। ਕਹਿੰਦੇ ਸਗਲ ਬਨਸਪਤ ਮਹਿ ਬੈਸੰਤਰ। ਬਨਸਪਤ ਜਿੰਨੀ ਬਨਸਪਤੀ ਹੈ, ਬਸੰਤਰ ਕਹਿੰਦੇ ਨੇ ਅੱਗ ਨੂੰ। ਕੋਈ ਲੱਕੜ ਇਵੇਂ ਦੀ ਹੈ ਵੀ ਜਿਹਦੇ ਵਿੱਚ ਅੱਗ ਨਾ ਹੋਵੇ। ਜਿੰਨੀ ਬਨਸਪਤੀ ਹੈ, ਇੱਥੋਂ ਤੱਕ ਕਿ ਜਿਹੜਾ ਘਾਹ ਹੈ, ਜਿਹੜਾ ਬੂਟਾ ਧਰਤੀ ਵਿੱਚ ਹੋ ਜਾ ਉੱਗਿਆ ਹੀ ਹੈ, ਅੱਗ ਤੋਂ ਬਿਨਾਂ ਉਹ ਉੱਗਦਾ ਵੀ ਨਹੀਂ। ਉਹਦੇ ਵਿੱਚ ਅੱਗ ਹੈ, ਪਰ ਅੱਗ ਨਜ਼ਰ ਤਾਂ ਨਹੀਂ ਨਾ ਆਉਂਦੀ ਜੀ। ਨਜ਼ਰ ਤਾਂ ਉਦੋਂ ਹੀ ਆਏਗੀ ਜਦੋਂ ਤੂੰ ਕੋਈ ਮਿਹਨਤ ਕਰੇਗਾ, ਉਹਨੂੰ ਬਾਹਰੋਂ ਕੁੱਤੀਲੀ ਲਾਏਗਾ, ਕਿਸੇ ਤਰ੍ਹਾਂ ਬਾਹਰੋਂ ਯਤਨ ਕਰੇਗਾ, ਬਾਹਰੋਂ ਬਾਲ ਇੱਕ ਵਾਰੀ, ਅੰਦਰ ਨਿਰੀ ਅੱਗ ਹੀ ਅੱਗ ਹੈ। ਬਸ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਰੱਬ ਹਰ ਥਾਂ 'ਤੇ ਸਮਾਇਆ ਹੋਇਆ ਹੈ। ਤੂੰ ਆਪਣੇ ਅੰਦਰ ਝਾਤ ਮਾਰ, ਹੈ ਉਹ ਤੇਰੇ ਅੰਦਰ ਹੀ, ਉਹ ਸਭ ਦੇ ਅੰਦਰ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ, ਤੂੰ ਆਪਣੇ ਅੰਦਰ ਪਿਆਰ ਪੈਦਾ ਕਰ, ਰੱਬ ਤੇ ਤੇਰੇ ਅੰਦਰ ਹੈ। ਕਿਉਂਕਿ ਜਦੋਂ ਤੱਕ ਪਿਆਰ ਨਹੀਂ, ਤੇ ਜਦੋਂ ਤੱਕ ਪਿਆਰ ਦੇ ਨਾਂ 'ਤੇ ਕੇਵਲ ਤੂੰ ਲਾਈ ਲੱਗ ਬਣਿਆ ਰਹੇਗਾ ਕਿ ਜਿਵੇਂ ਦੂਸਰੇ ਕਰਦੇ ਨੇ ਉਵੇਂ ਮੈਂ ਕਰਨਾ ਹੈ, ਤੇ ਫਿਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਭਈ ਫਿਰ ਔਖਾ ਹੈ। ਉਹ ਤੇ ਹਰ ਥਾਂ 'ਤੇ ਹੈ। ਗੁਰੂ ਸਾਹਿਬ ਨੇ ਇੱਥੇ ਉਦਾਹਰਣ ਦਿੱਤੀ ਤੇ ਦੂਸਰੇ ਉਦਾਹਰਣ ਦਿੰਦੇ ਨੇ। ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮਹਿ ਘੀਆ। ਪਰ ਹੁਣ ਜੇ ਕੋਈ ਸਿੱਧਾ ਕਹੇ ਕਿ ਆ ਦੁੱਧ ਦੇ ਵਿੱਚੋਂ ਘਿਓ ਕੱਢ ਕੇ ਵਿਖਾ, ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਘਿਓ ਹੈ, ਸਾਨੂੰ ਵੀ ਪਤਾ ਘਿਓ ਹੈ, ਪਰ ਮੂਰਖ ਹੋਵੇਗਾ ਨਾ ਦੁੱਧ ਸਾਹਮਣੇ ਲਿਆ ਕੇ ਰੱਖਦੇ ਕੱਢ ਘਿਓ, ਫਿਰ ਉਹਦਾ ਤਰੀਕਾ ਹੈ, ਉਹਨੂੰ ਗਰਮ ਕਰਨਾ ਪਏਗਾ, ਉਹਨੂੰ ਜਾਗ ਲਾਉਣੀ ਪਏਗੀ, ਉਹਨੂੰ ਰਿੜਕਣਾ ਪਏਗਾ, ਮੱਖਣ ਨਿਕਲੇਗਾ, ਮੱਖਣ ਨੂੰ ਤਪਾਉਣਾ ਪਏਗਾ, ਫਿਰ ਘਿਓ ਨਿਕਲੇਗਾ। ਹੈ ਤੇ ਵਿੱਚ ਹੀ ਉਹ ਰੱਬ ਪਰਮੇਸ਼ਰ ਹਰ ਥਾਂ 'ਤੇ ਹੈ। ਪਰ ਜੇ ਤੂੰ ਕਵੇਂ ਕਿ ਕੇਵਲ ਪਿਆਰ ਤੋਂ ਬਿਨਾਂ ਉਹਨੂੰ ਪਾ ਲਵਾਂ, ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ। ਇੱਕ ਤੇ ਬਾਬਾ ਕਬੀਰ ਜੀ ਨੇ ਬਚਨ ਕੀਤੇ, ਔਰ ਉਹ ਉਹਨਾਂ ਬਚਨਾਂ ਦੇ ਵਿੱਚ ਸਮਝਾਇਆ ਕਿ ਰੱਬ ਨੂੰ ਅੱਖਾਂ ਬੰਦ ਕਰਕੇ ਯਾਦ ਕਰ ਲਓ, ਤੇ ਭਾਵੇਂ ਅੱਖਾਂ ਖੋਲ੍ਹ ਕੇ ਯਾਦ ਕਰ ਲਓ, ਕਿਉਂਕਿ ਰੱਬ ਅੱਖਾਂ ਬੰਦ ਕਰਨ ਜਾਂ ਖੋਲ੍ਹਣ ਦੇ ਵਿੱਚ ਨਹੀਂ, ਅਸਲ ਵਿੱਚ ਰੱਬ ਸੁਰਤ ਦੇ ਵਿੱਚ ਹੋਣਾ ਚਾਹੀਦਾ ਹੈ। ਤੇ ਜੇ ਸੁਰਤ ਦੇ ਵਿੱਚ ਹੈ, ਫਿਰ ਭਾਵੇਂ ਬੰਦ ਕਰੀਆਂ ਨੇ ਭਾਵੇਂ ਖੁੱਲੀਆਂ ਨੇ, ਫਿਰ ਜਹ ਜਹ ਪੇਖੋਂ ਤਹ ਹਜੂਰ। ਬਾਬਾ ਕਬੀਰ ਜੀ ਦੇ ਦੋ ਬਚਨ ਨੇ। ਬਾਬਾ ਕਬੀਰ ਜੀ ਬਿਲਕੁਲ ਅੱਖਾਂ ਬੰਦ ਕਰਕੇ ਨੀਵੀਂ ਪਾ ਕੇ ਬੈਠੇ, ਔਰ ਮੇਰੇ ਵਰਗੇ ਲੰਘਦੇ ਹੋਏ ਕਹਿੰਦੇ ਨੇ, ਕਬੀਰ ਜੀ ਕਿਸੇ ਤੋਂ ਸ਼ਰਮ ਆਉਂਦੀ, ਨੀਵੀਂ ਪਾ ਕੇ ਕਿਉਂ ਬੈਠੇ ਹੋ? ਤੇ ਬਾਬਾ ਕਬੀਰ ਜੀ ਕਹਿੰਦੇ, ਮੇਰੇ ਹਿਰਦੇ ਰੂਪੀ ਸੇਜ 'ਚ ਮੇਰਾ ਪਤੀ ਪਰਮੇਸ਼ਰ ਆਇਆ ਹੈ, ਤੇ ਸੱਚ ਜਾਣੋ ਮੈਂ ਪਰਮੇਸ਼ਰ ਨੂੰ ਅੰਦਰੋਂ ਵੇਖ ਰਿਹਾ, ਤੇ ਮੈਂ ਕਿਸੇ ਵੱਲੇ ਵੇਖਣ ਨੂੰ ਜੀ ਨਹੀਂ ਕਰਦਾ, ਔਰ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਵੱਲ ਵੇਖ ਕੇ ਉਹ ਸਮਾਂ ਜਿਹੜਾ ਬਿਲਕੁਲ ਇੱਕ ਪਲ ਵੀ ਬਰਬਾਦ ਕਰਾਂ। ਉੱਥੇ ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਨੀਚੇ ਲੋਇਣ ਕਰ ਰਹੋ, ਸਭ ਘਟ ਖੇਲੋ ਪੀਓ। ਕਹਿੰਦੇ ਮੈਂ ਆਪਣੇ ਉਸ ਪਤੀ ਪਰਮੇਸ਼ਰ ਦੇ ਨਾਲ ਅੰਦਰੋਂ ਖੇਲ ਕਰ ਰਿਹਾ, ਤੇ ਮੈਂ ਨਹੀਂ ਚਾਹੁੰਦਾ ਕਿ ਕਿਸੇ ਨੂੰ ਮੈਂ ਦੱਸਾਂ ਵੀ ਜਾਂ ਕਿਸੇ ਵੇਲੇ ਵੇਖਾਂ ਵੀ। ਪਰ ਨਾਲ ਹੀ ਅਗਲਾ ਬਚਨ ਹੈ, ਅਗਲਾ ਸਲੋਕ ਹੈ। ਕਹਿੰਦੇ ਜਦੋਂ ਬਾਬਾ ਕਬੀਰ ਜੀ ਕਹਿੰਦੇ ਨੇ ਉਸ ਰੱਬ ਦੀ ਸਮਝ ਆ ਜੇ ਨਾ, ਤੇ ਫਿਰ ਅੱਖਾਂ ਬੰਦ ਕਰਕੇ ਨੀਵੀਂ ਪਾ ਕੇ ਬੈਠਣ ਦੀ ਲੋੜ ਨਹੀਂ। ਉਹ ਸਵਾਲ ਪੁੱਛਿਆ ਕਿ ਬਾਬਾ ਜੀ ਅੱਜ ਅੱਖਾਂ ਖੁੱਲ੍ਹੀਆਂ ਨੇ, ਅੱਜ ਉਹ ਪਤੀ ਅੰਦਰੋਂ ਨਿਕਲ ਗਿਆ ਹੈ। ਤੇ ਬਾਬਾ ਕਬੀਰ ਜੀ ਅਸਲ ਵਿੱਚ ਕਹਿੰਦੇ ਨੇ ਹੁਣ ਸਮਝ ਲੱਗ ਗਈ ਕਿ ਉਹ ਜਿਹੜਾ ਪਤੀ ਪਰਮੇਸ਼ਰ ਮੇਰੇ ਅੰਦਰ ਪਈ, ਤੇ ਤੇਰੇ ਅੰਦਰ ਵੀ ਹੈ, ਉਹ ਤੇ ਸਾਰਿਆਂ ਦੇ ਅੰਦਰ ਹੈ। ਔਰ ਇਸੇ ਨੂੰ ਬਾਬਾ ਨਾਮਦੇਵ ਜੀ ਨੇ ਪਾਵਨ ਬਚਨ ਕਹੇ ਸਨ ਕਿ ਰੱਬ ਅੱਖਾਂ ਬੰਦ ਕਰਕੇ ਬੈਠਣ ਵਾਲੀ ਲੱਭਣ ਵਾਲੀ ਚੀਜ਼ ਨਹੀਂ। ਉਹ ਤਾਂ ਕਹਿੰਦੇ ਨੇ ਹਾਥ ਪਾਉ ਕਰ ਕਾਮ ਸਭ, ਚੇਤ ਨਿਰੰਜਨ ਨਾਲ ਉਹਦੇ ਨਾਲ ਤੇ ਚਿੱਤ ਜੋੜ ਕੇ ਰੱਖ। ਉਹ ਤੇ ਹਰ ਥਾਂ ਤੇ ਹੈ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਉੱਥੇ ਸਾਨੂੰ ਸਮਝਾਇਆ, ਜੇ ਕੋਈ ਅੱਖਾਂ ਬੰਦ ਕਰਕੇ ਬੈਠ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਕੀ ਹੋ ਗਿਆ, ਜਿੰਨਾ ਚਿਰ ਮਰਜ਼ੀ ਬੈਠਾ ਰਹੋ।
ਹੁਣ ਸਤਿਗੁਰੂ ਜੀ ਉੱਥੇ ਸਾਨੂੰ ਸਮਝਾਇਆ ਕਿ ਅੱਖਾਂ ਬੰਦ ਕਰਕੇ ਬੈਠਣ ਨਾਲ ਕੁਝ ਨਹੀਂ ਹੋਣਾ। ਅਸਲ ਵਿੱਚ ਉਹ ਸਵਈਏ ਦੇ ਵਿੱਚ ਅਖੀਰ ਤੇ ਗੁਰੂ ਸਾਹਿਬ ਨੇ ਗੱਲ ਸਾਨੂੰ ਸਮਝਾਈ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ। ਹੁਣ ਅੱਖਾਂ ਬੰਦ ਕਰਕੇ ਬੈਠ ਗਿਆ ਤੇ ਧਿਆਨ ਜਿਹੜਾ ਬਗਲੇ ਦੀ ਤਰ੍ਹਾਂ ਲਾ ਲਿਆ। ਤੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਕੀ ਹੋ ਗਿਆ? 1 ਘੰਟਾ ਬਹਿ, 2 ਘੰਟੇ ਬਹਿ, ਸਾਰੀ ਉਮਰ ਬੈਠਾ ਰਹੋ, ਪਰ ਉਹਦੇ ਨਾਲ ਰੱਬ ਥੋੜ੍ਹੀ ਖੁਸ਼ ਹੋ ਜਾਣਾ, ਰੱਬ ਮਿਲ ਥੋੜ੍ਹੀ ਜਾਣਾ ਹੈ। ਜੇ ਅੱਖਾਂ ਬੰਦ ਕੀਤੀਆਂ ਨੇ, ਸਮਾਧੀ ਬਗਲ ਸਮਾਧੀ ਹੈ। ਉਹ ਬਗਲ ਸਮਾਧੀ ਦਾ ਮਤਲਬ ਸਿਰਫ ਇਹ ਹੀ ਨਹੀਂ ਕਿ ਕੇਵਲ ਦੂਸਰੇ ਦਾ ਸ਼ਿਕਾਰ ਕਰਨਾ ਹੈ। ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦੀ ਭਾਵਨਾ ਇਵੇਂ ਦੇ ਰੱਖ ਕੇ ਰੱਬ ਮਿਲੇਗਾ, ਮੈਂ ਇਹ ਕੁਝ ਕਰ ਲਵਾਂਗਾ। ਅਸਲ ਵਿੱਚ ਉਹੀ ਬਗਲ ਸਮਾਧ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਬਗਲ ਸਮਾਧੀਆਂ ਲਾ ਕੇ ਅੱਖਾਂ ਬੰਦ ਕਰਕੇ ਨਹੀਂ, ਤੂੰ ਅੰਦਰ ਪ੍ਰੇਮ ਪੈਦਾ ਕਰ। ਬਸ ਜਿੱਦਣ ਪ੍ਰੇਮ ਪੈਦਾ ਹੋ ਗਿਆ ਉਦੋਂ ਧੰਨ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ ਕਿ ਜਹ ਜਹ ਵੇਖੋ ਤਹ ਹਜੂਰ। ਉਹ ਤਾਂ ਦੂਰ ਕਿਤੇ ਜਾਂਦਾ ਹੀ ਨਹੀਂ। ਔਰ ਸਤਿਗੁਰੂ ਨੇ ਤਾਂ ਪਾਵਨ ਬਚਨ ਕਹੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ। ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਪਰ ਨਹਾ ਕੇ ਕੀ ਹੋਗਾ? ਕਹਿੰਦੇ ਲੋਕ ਗਇਓ ਪਰ ਲੋਕ ਗਵਾਇਓ। ਇਹ ਲੋਕ, ਇਹ ਮਾਤ ਲੋਕ ਦਾ ਸਮਾਂ ਬਸ ਨਹਾਉਣ ਧੋਣ 'ਚ ਕੱਢ ਦਿੱਤਾ। ਕਦੇ ਇਸ ਤੀਰਥ ਤੇ ਕਦੇ ਉਸ ਤੀਰਥ ਤੇ, ਪਰਲੋਕ ਵਾਸਤੇ ਸਵਾਰੇ ਕੁਝ ਨਹੀਂ। ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕਿਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਬਸ ਬੈਠ ਕੇ ਬਿਤਾਇਆ ਹੀ ਨਾ, ਸਾਰਾ ਜਨਮ ਬਤੀਤ ਕਰਦੇ। ਪਰ ਗੁਰੂ ਸਾਹਿਬ ਜਿੱਥੇ ਅਖੀਰ ਦੇ ਵਿੱਚ ਜਿਹੜਾ ਸਾਨੂੰ ਉਪਦੇਸ਼ ਦਿੰਦੇ ਨੇ, ਭਾਈ ਰੱਬ ਹੈ, ਪਰ ਇੱਕ ਗੱਲ ਮੈਂ ਸੱਚ ਦੀ ਕਹਿ ਰਿਹਾ ਤੇ ਸਾਰੇ ਤੁਮ ਸੁਣ ਲਓ। ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨਹਿ ਪ੍ਰਭ ਪਾਇਓ। ਬਸ ਉਹ ਪ੍ਰੇਮ ਕਿਸੇ ਵੀ ਢੰਗ ਦੇ ਨਾਲ ਹੋ ਜੇ, ਤੂੰ ਪ੍ਰੇਮ ਪੈਦਾ ਕਰ। ਜਿੱਦਣ ਪ੍ਰੇਮ ਪੈਦਾ ਹੋ ਗਿਆ, ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਜਿੱਥੇ ਵੇਖੀ ਹਰ ਥਾਂ ਤੇ ਹੈ। ਜਹ ਜਹ ਪੇਖੂੰ ਤਹ ਹਜੂਰ, ਦੂਰ ਕਤੋ ਨਾ ਜਾਈ। ਉਹ ਤੇ ਦੂਰ ਕਿਤੇ ਜਾਂਦਾ ਹੀ ਨਹੀਂ। ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਮਨਾ ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਜਿਵੇਂ ਹਰ ਇੱਕ ਬਸੰਤਰ ਦੇ ਵਿੱਚ, ਹਰ ਇੱਕ ਲੱਕੜ ਦੇ ਵਿੱਚ ਅੱਗ ਹੈ। ਜਿਵੇਂ ਦੁੱਧ ਭਾਵੇਂ ਉਹ ਗਾਂ ਦਾ ਹੋਵੇ, ਮੱਝ ਦਾ ਹੋਵੇ, ਭਾਵੇਂ ਭੇਡ ਬੱਕਰੀ ਦਾ ਹੋਵੇ, ਮੱਖਣ ਘਿਓ ਤੇ ਸਾਰਿਆਂ ਦੇ ਵਿੱਚ ਨੇ। ਗੱਲ ਵੱਖਰੀ, ਕਿਸੇ ਤੋਂ ਥੋੜ੍ਹਾ, ਕਿਸੇ ਤੋਂ ਬਹੁਤਾ ਹੈ। ਇਸੇ ਤਰ੍ਹਾਂ ਰੱਬ ਜਿਹੜਾ ਪਰਮੇਸ਼ਰ ਹਰ ਥਾਂ 'ਤੇ ਹੈ, ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਏਤ ਊਤ ਨਹੀਂ ਵਿਛੜੈ ਸੋ ਸੰਗੇ ਗਣੀਐ। ਜਿਹੜਾ ਇੱਥੇ ਤੋਂ ਉੱਥੇ ਵਿਛੜੇ ਨਾ, ਅਸਲ ਵਿੱਚ ਸਾਥੀ ਉਹ ਹੈ ਤੇ ਉਹ ਕੇਵਲ ਇੱਕ ਗੁਰੂ ਦਾ ਨਾਮ ਹੈ, ਜਿਹਨੂੰ ਗੁਰੂ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਨੇ। ਏਕ ਸਹਾਰ ਕੇ ਨਾਮ ਬਿਨ, ਅੱਗੇ ਲਈਐ ਖੋਹ। ਹੁਣ ਅੱਗੇ ਲਈਐ ਖੋਹ, ਸਾਰਾ ਕੁਝ ਖੋਇਆ ਜਾਣਾ ਹੈ। ਜਿਹਨੂੰ ਤੂੰ ਧਰਮ ਦਾ ਕਰਮ ਸਮਝ ਕੇ ਕਰਮ ਕਾਂਡ ਕਰਦਾ ਰਿਹਾ, ਇਹ ਜਿੰਨੇ ਮਰਜ਼ੀ ਲੰਗਰ ਲਾ, ਜਿੰਨੇ ਮਰਜ਼ੀ ਪੁੰਨਦਾਨ ਕਰ, ਜੇ ਨਾਮ ਨਹੀਂ, ਜੇ ਅੰਦਰ ਨਾਮ ਦੇ ਨਾਲ ਪਿਆਰ ਨਹੀਂ, ਤੇ ਸਤਿਗੁਰੂ ਜੀ ਕਹਿੰਦੇ ਨਾਮ ਤੋਂ ਬਿਨਾਂ ਫਿਰ ਸਾਰਾ ਕੁਝ ਖੋਇਆ ਜਾਣਾ ਹੈ। ਬਿਨ ਸਜਾਏ ਜੋ ਨਿਮਖ ਮਹਿ, ਸੋ ਅਲਪ ਸੁਖ ਭਣੀਐ। ਜਿਹੜਾ ਬਿਨ ਸਜਾਣਾ ਹੈ ਉਹ ਖਿਨ ਭੰਗਰ ਸੁਖ ਹੈ। ਭਾਈ ਉਹ ਸਦੀਵੀ ਸੁਖ ਨਹੀਂ। ਜੇ ਸਦੀਵੀ ਸੁਖ ਚਾਹੀਦਾ ਹੈ, ਫਿਰ ਉਹਨੂੰ ਆਪਣੇ ਅੰਦਰੋਂ ਖੋਜ। ਰਹਾਓ ਪ੍ਰਤਪਾਲੈ ਅਪਿਆਓ ਦੇ, ਕਛ ਊਣ ਨਾ ਹੋਈ। ਹੁਣ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਗਲੇ ਪਦੇ 'ਚ ਬਖਸ਼ਿਸ਼ ਕਰ ਰਹੇ ਨੇ ਕਿ ਉਹ ਜਿਹੜਾ ਮੇਰਾ ਪਰਮੇਸ਼ਰ ਹੈ, ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਜਿਹਨੂੰ ਜਹ ਜਹ ਵੇਖੋ ਤਹ ਹਜੂਰ ਹੈ। ਕਹਿੰਦੇ ਕੇਵਲ ਹਰ ਥਾਂ 'ਤੇ ਮੌਜੂਦ ਹੀ ਨਹੀਂ, ਉਹ ਪ੍ਰਤਪਾਲਣਾ ਵੀ ਕਰਦਾ ਤੇ ਹਰ ਕਿਸੇ ਦੀ ਕਰਦਾ ਹੈ। ਪ੍ਰਤਪਾਲੈ ਅਪਿਆਓ ਦੇ, ਉਹ ਸਾਨੂੰ ਖਾਣ ਪੀਣ ਵੀ ਦਿੰਦਾ ਹੈ।
कश ऊन ना होए, ते इन्ना को देंदा उनके घर में कदे कोई ऊणता ही आई नहीं। और एक गल गुरु साहब जी होर समझाते हैं, देने वाला केवल एक ही है, वो कोई दो चार वखरे वखरे नहीं। और सतगुरु जी कृपा नाल करते हैं, केवल इक्को वारी दिंदा ही नहीं, केवल प्रतिपालना सारिਆਂ ਦੇ करता है। तो इतों तक करते कहते सास सास समानता मेरा प्रभ सोई। मेरा प्रभु पति वो है ਜਿਹੜੇ हर एक ਸਵਾਸ ਦੇ ਨਾਲ ਸਾਡੀ ਸੰਭਾਲ करता है। ਹੁਣ ਖਾਣ ਪੀਣ ਲਈ ਉਹੀ ਦਿੰਦਾ ਹੈ। सतगुरु धन गुरु अर्जन देव सच्चे पातशाह ਦਾ पावन बचन है, ਕਹਿੰਦੇ ਜੇ सारा कुछ ਉਹ ਦਿੰਦਾ है तो भाई फिर उनके गुणों ਨੂੰ भी गाया कर। रमैया के गुण चेत पराने, कवन मूल ते कवन दृष्टानी। जिन तो साज सवार सिंगारिया, गर्भ अगण में जिन्हें उभारिया। जिन्हें तेनू साजिया सवारिया, गर्भ उदर दे विच जिन्हें तेनू संभाल की पालिया। फिर कहते ने संसार दे विच आया, तो जदों मनुख का जन्म होया ना तो इनके मूँह दे विच दंद ने कि कोई भोजन चबा सके, ना इनके मूँह दे विच बेशक जबान है पर बोल कोई नहीं। ये बोल के मंग नहीं सकता, भुख लगी कुछ चाहिए है। पर संसार दे विच तू आया, रब ने तेरे आने तो पहलों तेरा इंतजाम किया ना, माँ का दुध बख्शिश किया। और एक कई बार बेनती की है कि कई बार औलाद जदों कहने तो बाहर हो जाए, ना मने तो माँ उलांभा भी दिंदी है कि तेनों अपना सिर पाल पिया के दुध पिया के पाल पोस के इस करके वड्डा किया सी, तू सानू दुखी करे। पर गुरु साहब जी कहते हैं देने वाला केवल एक ही है। और एक सतगुरु जी ने कृपा भी की, कदे माँ विचार करके भी देखे कि जदों वो बच्चा तेरी गोद विच नहीं सी, जदों तू माँ बनी नहीं सी, उदों तेरे को दुध भी नहीं सी। और माँ केवल एक इस्त्री नहीं, देखो माँ भावें पशु होवे, मझां दुध दिंदियां ने, इन्ना दिंदियां ने कि बाल्टे भर जाते हैं। पर गुरु साहब जी उत्थे समझाउंदे ने, देख जदों माँ नहीं बनी उदों तेरे को दुध भी नहीं। और इस नूं गुरु साहब ने पावन बचन भी किया, भावें बेशक वो सारा कुछ पहलों है। इनू गुरु साहब जी कहते हैं पहलों मक्खण सी, माँ बनी वो दुध बन गया। ये गल तो सारे जानते कि दुध तो मक्खण बनता है, पर गुरु साहब जी कहते हैं पहले मक्खण पाछे दूध। वो संसार दे विच आया, रब ने कृपा की, वो जम्मिया होया मक्खण दुध बन गया। वो जिहड़ा हर थां ते प्रतिपालना करदा, गुरु साहब जी कहते हैं बाल बवस्था तुझे प्यारे दूध। ते कल्ले बाल अवस्था विच नहीं कहते, भर जोबन भोजन सुख सूद। वो देने वाला इक्को ही है। तो सतगुरु जी कहते हैं देंदा दे लैंदे थक पाहे, ते कदों तो जुगा जगंतर खाही खाहे। जुगा तो खांदे आए ने ते खांदे रहना है, पर कहते कश ऊण ना हुई। उनके घर में कदे ऊणता ही ना आई है ना आनी है। वो सतगुरु जी का पावन बचन है, किथे किथे प्रतिपालना करता है जी। बार व्यवस्था तुझे प्यारा दूध, भर जोबन भोजन सुख सूद। फिर इत्थे बस ने कहते बिरद भया ऊपर साग सैन, मुख प्याओ बैठ के दैन। हुण बैठे होया दे मुख दे विच बजुर्ग हो गए, जे कोई प्रसादा पा रहा है, जल छका रहा है, बस ये भी गुरु की कृपा ही है। नहीं तो अज के हालात जिहड़े ने बड़े होर तरह के ने। बिरध आश्रम अनाथ आश्रम बड़े खुले पे ने, लोग छड्ड हुंदे ने। हुण सतगुरु कहंदे ने वो प्रतिपालना करदा पई, जन्म तो पहलों तो लैके अखीर तक करता है। पर मनुख फिर जिहड़े उनके गुणां नूं जाणदा नहीं, भुल जाता है। बिरद पया ऊपर साख सैन, मुख प्याओ बैठ को दैन। कहते यह निर्गुण गुण कशु न बूझै, बख्श लेहु तो नानक सिजै। कृपा करो सानू बख्श दो।
ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਤੇ ਉਹ ਪ੍ਰਭੂ ਕੈਸਾ ਹੈ। ਸਤਿਗੁਰੂ ਜੀ ਅੱਗੇ ਤੀਸਰੇ ਪਦ 'ਚ ਬਖਸ਼ਿਸ਼ ਕਰਦੇ ਨੇ, ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾਗਾ ਰੂਪ। ਉਹ ਪ੍ਰਭੂ ਅਛਲ ਹੈ। ਭਾਵੇਂ ਪਾਠ ਆਮ ਤੌਰ 'ਤੇ ਅਛਲ ਕਰ ਜਾਂਦੇ ਨੇ ਵੀਰ, ਪਰ ਧਿਆਨ ਦਿਓ ਇੱਥੇ ਅਧਕ ਲਾ ਕੇ ਅਛਲ ਹੈ। ਇੱਕ ਸ਼ਬਦ ਆਪਾਂ ਵਰਤਦੇ ਨਾ ਛਲ, ਛਲ, ਕਿਸੇ ਨੂੰ ਛਲ ਲੈਣਾ। ਅਗੇਤਰ ਤੇ ਐੜਾ ਲੱਗਿਆ ਹੈ ਅਛਲ। ਰੱਬ ਨੂੰ ਨਹੀਂ ਛਲਿਆ ਜਾ ਸਕਦਾ। ਔਰ ਬਾਬਾ ਕਬੀਰ ਜੀ ਨੇ ਪਾਵਨ ਬਚਨ ਨੂੰ ਕਹਿੰਦੇ, ਲੋਕ ਤੇ ਰੱਬ ਨੂੰ ਹੀ ਛਲਣ ਦਾ ਯਤਨ ਕਰਦੇ ਨੇ। ਬਾਬਾ ਕਬੀਰ ਜੀ ਕਹਿੰਦੇ ਨੇ, ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬਕੁੰਠ ਨਾ ਜਾਣਾ। ਜੇ ਤੂੰ ਤੀਰਥਾਂ ਤੇ ਨਹਾਉਣਾ, ਅੰਦਰ ਤੇਰੇ ਮੈਲ ਭਰੀ ਪਈ ਹੈ, ਤੇ ਮਤਾ ਸਮਝੇ ਕਿ ਤੀਰਥਾਂ ਤੇ ਨਹਾਣਾ ਕਿ ਕਿਤੇ ਮੈਂ ਸਵਰਗਾਂ ਨੂੰ ਚਲਾ ਜਾਵਾਂਗਾ। ਕਹਿੰਦੇ ਲੋਕ ਪਤੀਣਾ ਕਛੂ ਨਾ ਹੋਵੇ। ਹਾਂ, ਇਹ ਗੱਲ ਵੱਖਰੀ ਕਿ ਲੋਕ ਖੁਸ਼ ਜ਼ਰੂਰ ਹੋ ਜਾਣਗੇ ਕਿ ਇੰਨਾ ਧਰਮੀ, ਇੰਨੇ ਤੀਰਥ ਯਾਤਰਾ ਕਰਨ ਵਾਲਾ, ਪਰ ਬਾਬਾ ਕਬੀਰ ਜੀ ਕਹਿੰਦੇ ਲੋਕਾਂ ਦੇ ਖੁਸ਼ ਨਾ ਹੋਣ ਨਾਲ ਤੇਰਾ ਕੀ ਸਵਰਨਾ ਪਈ। ਕਿਉਂਕਿ ਰੱਬ ਕੋਈ ਨਿਆਣਾ ਥੋੜ੍ਹੀ ਹੈ, ਉਹਨੂੰ ਨਹੀਂ ਛਲਿਆ ਜਾ ਸਕਦਾ। ਲੋਕ ਪਤੀਣੇ ਕਛੂ ਨਾ ਹੋਵੇ ਨਹੀਂ ਰਾਮ ਆਣਾ। ਪਹਿਲੀ ਗੱਲ ਉਹ ਅਛਲ ਹੈ, ਉਹਨੂੰ ਛਲਿਆ ਨਹੀਂ ਜਾ ਸਕਦਾ। ਦੂਸਰਾ ਬਚਨ ਕੀਤਾ ਅਛੇਦ। ਹੁਣ ਇੱਕ ਸ਼ਬਦ ਛੇਦ ਹੈ, ਛੇਦ। ਵੈਸੇ ਛੇਦ ਦੇ ਕਈ ਅਰਥ ਨੇ। ਇਹ ਵੱਖੋ ਵੱਖਰੇ ਇਲਾਕਿਆਂ ਦੀ ਵੱਖੋ ਵੱਖਰੀ ਬੋਲੀ ਹੈ। ਛੇਦ ਕਰਨਾ ਇੱਕ ਤੇ ਮੂਰੀ ਕਰਨਾ, ਕਿਸੇ ਕੰਧ ਦੇ ਵਿੱਚ ਛੇਦ ਕਰ ਦੇਣਾ। ਛੇਦ ਦਾ ਅਰਥ ਵੈਸੇ ਕੁੱਟਣਾ ਵੀ ਹੈ। ਸਾਡੇ ਹਰਿਆਣੇ ਦੇ ਵਿੱਚ ਇਹ ਆਮ ਪਿੰਡਾਂ ਜੀ ਦੀ ਬੋਲੀ ਹੈ ਕਿ ਉਹਨੇ ਛੇਦ ਦਿੱਤਾ, ਕੁੱਟ ਦਿੱਤਾ। ਪਰ ਇੱਥੇ ਛੇਦ ਦਾ ਅਰਥ ਜਿਹੜਾ ਹੈ ਉਹ ਨਾਸ ਕਰ ਦੇਣਾ ਹੈ, ਨਾਸ ਹੋਣਾ ਹੈ। ਪਰ ਛੇਦ ਦੇ ਪਹਿਲੋਂ ਐੜਾ ਲੱਗਿਆ ਹੈ। ਐ ਛੇਦ ਉਹ ਜਿਹੜਾ ਰੱਬ ਹੈ ਉਹਦਾ ਕਦੇ ਕੋਈ ਨਾਸ ਕਰ ਨਹੀਂ ਸਕਦਾ, ਉਹ ਨਾਸ ਤੋਂ ਰਹਿਤ ਹੈ। ਫਿਰ ਅੱਗੇ ਕਹਿੰਦੇ ਨੇ ਅਪਾਰ। ਇੱਕ ਸ਼ਬਦ ਹੁੰਦਾ ਨਾ ਪਾਰ, ਕੋਈ ਪਾਰਲੇ ਬੰਨੇ, ਪਰ ਉਹ ਅਪਾਰ ਹੈ, ਉਹਦਾ ਕੋਈ ਉਰਵਾਰ ਤੇ ਕੋਈ ਪਾਰ ਨਹੀਂ, ਕੋਈ ਬੰਨਾ ਨਹੀਂ। ਬਸ ਉਹਨੂੰ ਤੇ ਕਿਹਾ ਜਾ ਸਕਦਾ ਪ੍ਰਭੂ ਉੱਚਾ ਜਾਗਾ ਰੂਪ। ਉਹ ਪ੍ਰਭੂ ਉਹ ਹੈ ਜਿਹਦਾ ਰੂਪ ਬੜਾ ਹੀ ਉੱਚਾ ਹੈ। ਤੇ ਕਿੱਡਾ ਉੱਚਾ ਹੈ, ਕਹਿੰਦੇ ਇਹਦੀ ਤੁਲਨਾ ਤਾਂ ਨਹੀਂ ਕੀਤੀ ਜਾ ਸਕਦੀ ਕਿ ਕਿਰਪਾ ਕਰਦੇ ਨੇ। ਜਪ ਜਪ ਕਰੇ ਆਨੰਦ ਜਨ। ਐਸੇ ਪ੍ਰਭੂ ਨੂੰ ਜਪ ਜਪ ਕੇ ਜਪਣ ਵਾਲੇ ਆਨੰਦ ਲੈਂਦੇ ਨੇ। ਬਸ ਆਨੰਦ ਹੀ ਲੈ ਸਕੀਦਾ ਹੈ, ਕਿਉਂਕਿ ਅਚਰਜ ਅਨੂਪ ਉਹ ਰੱਬ ਪਰਮੇਸ਼ਰ ਬੜਾ ਅਚਰਜ ਹੈ। ਤੇ ਕਿਵੇਂ ਦਾ ਅਚਰਜ ਹੈ? ਹੈਰਾਨ ਕਰਨ ਵਾਲਾ। ਕਹਿੰਦੇ ਅਨੂਪ, ਜਿਹਦੇ ਉਪਮਾ ਕਿਸੇ ਦੇ ਨਾਲ ਵੀ ਨਹੀਂ ਕੀਤੀ ਜਾ ਸਕਦੀ। ਉਪਮਾ ਸਮਝਦੇ ਨਾ ਆਪ ਜੀ, ਤੁਲਨਾ। ਦੇਖੋ ਬੰਦਿਆਂ ਦੀ ਤਾਂ ਕੀਤੀ ਜਾ ਸਕਦੀ ਕਿ ਫਲਾਣਾ ਫਲਾਣੇ ਵਰਗਾ, ਕਿਸੇ ਚੀਜ਼ ਦੇ ਕੀਤੀ ਜਾ ਸਕਦੀ ਕਿ ਫਲਾਣੀ ਬਿਲਡਿੰਗ ਫਲਾਣੀ ਦੇ ਨਾਲ ਮਿਲਦੀ ਜੁਲਦੀ ਹੈ। ਪਰ ਮੇਰਾ ਪ੍ਰਭੂ ਪਰਮੇਸ਼ਰ ਐਸਾ ਹੈ ਜਿਹੜਾ ਅਨੂਪ, ਜਿਹਦੀ ਉਪਮਾ ਕਿਸੇ ਦੇ ਨਾਲ ਕੀਤੀ ਹੀ ਨਹੀਂ ਜਾ ਸਕਦੀ, ਕਿਉਂਕਿ ਉਹਦੇ ਵਰਗਾ ਕੋਈ ਹੈ ਹੀ ਨਹੀਂ। ਅਖੀਰ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਤੇ ਨਾਲੇ ਅਰਦਾਸ ਬੇਨਤੀ ਕਰਦੇ ਨੇ, ਸਿੱਖੋ ਆਪਾਂ ਵੀ ਕਰੀਏ ਕਿ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਆਰਾਧਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਰੱਬ ਜੀ ਪਰਮੇਸ਼ਰ ਜੀ ਸਾਨੂੰ ਉਹ ਮਤ ਦਿਓ। ਕਿਹੜੀ? ਜਿਤ ਤੁਮੇ ਆਰਾਧਾ, ਜਿਹੜੀ ਮਤ ਦੇ ਨਾਲ ਤੇਰੀ ਆਰਾਧਨਾ ਕਰ ਸਕਾਂ, ਤੈਨੂੰ ਧਿਆ ਸਕਾਂ। ਨਾਨਕ ਮੰਗੈ ਦਾਨ ਪ੍ਰਭ। ਇੱਥੇ ਨਾਨਕ ਦੇ ਅਰਥ ਧੰਨ ਗੁਰੂ ਅਰਜਨ ਦੇਵ ਜੀ ਕਰਾਂਗੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਪ੍ਰਭੂ ਜੀ, ਰੱਬ ਜੀ, ਮੈਂ ਤੇਰੇ ਦਰ ਤੋਂ ਦਾਨ ਮੰਗਣ ਆਇਆ। ਹੁਣ ਦਾਨ ਆਪਾਂ ਵੀ ਮੰਗਣੇ ਹਨ, ਪਰ ਦਾਨ ਕਿਹੜਾ ਮੰਗਣਾ? ਗੁਰੂ ਸਾਹਿਬ ਜੀ ਕਹਿੰਦੇ ਨੇ, ਰੇਣ ਪੱਗ ਸਾਧਾ। ਜਪਣ ਵਾਲਿਆਂ ਦੇ ਚਰਨਾਂ ਦੀ ਰੇਣ, ਉਹਨਾਂ ਦੇ ਚਰਨਾਂ ਦੀ ਧੂੜ ਮੰਗਣ ਆਇਆ। ਭਾਵ ਕਿ ਨਿਮਰਤਾ ਦੇ ਦਿਓ, ਕਿਰਪਾ ਕਰੋ ਇਹ ਨਿਮਰਤਾ ਮਿਲ ਜੇ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ